ਵੀਰੇ मैं ਗਲਾਡਾ ਅਸੀਂ ਦੁਸ਼ਹਿਰਾ ਗਰਾਊਂਡ ਡੁਗਰੀ ਦੇ ਵਿੱਚ ਹਰ ਸਾਲ ਇੱਥੇ ਦੁਸ਼ਹਿਰਾ ਮੇਲਾ ਲਗਾਉਂਦੇ ਹਾਂ। ਤਕਰੀਬਨ ਸਾਡੀ ਦੁਸ਼ਹਿਰਾ ਕਮੇਟੀ ਤੋਂ 20 ਸਾਲ ਤੋਂ ਦੁਸ਼ਹਿਰਾ ਮੇਲਾ ਲਗਾ ਰਹੀ ਹੈ। ਇਹ ਮੇਰੇ ਕੋਲ ਗਲਾਡਾ ਤੋਂ 4/3/2020 ਨੂੰ 18/9 ਤੋਂ ਲੈ ਕੇ 9/10 ਤੱਕ ਗਲਾਡਾ ਗਰਾਊਂਡ ਤੋਂ ਪਰਮਿਸ਼ਨ ਲਿੱਤੀ ਸੀ, ਜਿਹਦੇ ਵਿੱਚ ਅਸੀਂ 3,17,100 ਰੁਪਏ ਗਲਾਡਾ 'ਚ ਜਮ੍ਹਾਂ ਕਰਵਾਏ ਸੀਗੇ। ਜਵਾਬ ਨਹੀਂ ਦਿੰਦੇ ਜਿਹੜਾ ਵੀ ਕਿਸੇ ਮੈਨੂੰ ਕੈਂਸਲ ਕੀਤੀ, ਮੈਂ ਕੋਈ ਜਵਾਬ ਨਹੀਂ ਮੈਨੂੰ ਕੈਂਸਲ ਕੀਤੀ, ਉਹਦੀ ਮੈਨੂੰ ਤੁਸੀਂ ਲੈਟਰ ਕੱਢੀ। ਤੁਸੀਂ ਵੱਡੇ ਸਾਹਿਬ ਨੂੰ ਮਿਲੋ ਕਿਸੇ ਨੂੰ ਵੱਡੇ ਸਾਹਿਬ ਤੁਸੀਂ ਕੈਂਸਲ ਕੀਤੀ, ਨਹੀਂ ਤੁਸੀਂ ਕੈਂਸਲ ਕੀਤੀ ਸਰ। ਯਾਰ ਤੁਸੀਂ ਮੇਰੇ ਕਹਿੰਦੇ ਕੋਲ ਰਿਕਾਰਡਿੰਗ ਕਰ ਰਹੇ ਹੋ ਸਰ, ਮੇਰਾ ਹੱਕ ਬਣਦਾ। ਮੈਂ ਆਮ ਆਦਮੀ ਬੰਦਾ ਜੀ, ਆਮ ਆਦਮੀ ਬੰਦਾ ਜੀ। ਮੇਰੇ ਰਿਪਲਾਈ ਦੇ ਨੂੰ ਮਨਾ ਕਰ ਰਹੇ ਨੇ, ਇਹ ਹੁਣ ਭੱਜ ਰਹੇ ਨੇ। ਮੈਂ ਕੋਲ ਭੱਜ ਰਿਹਾ, ਤੁਸੀਂ ਮੇਰੀ ਕੈਂਸਲ ਕੀਤੀ, ਮੈਨੂੰ ਹੱਕ ਦਿੱਤੋ ਜੀ ਉਹਦਾ। ਮੈਂ ਕੋਈ ਜਵਾਬ ਤਾਂ ਦਿਓ ਨਾ। ਤੁਸੀਂ ਯਾਰ ਮੈਨੂੰ ਰੋਕ ਸਕਦੇ ਵੀ ਸਰ ਜਵਾਬ ਤਾਂ ਦਿਓ, ਸਕਦੇ ਮੈਨੂੰ ਰਿਪਲਾਈ ਤਾਂ ਦੇ ਦਿਓ। ਮੈਂ ਕੋਈ ਨਾ, ਨੋ ਕਮੈਂਟਸ ਸਰ ਤੁਸੀਂ ਰਿਪਲਾਈ ਨੋ ਕੈਂਸਲ ਕਮੈਂਟਸ ਕੀਤੀ, ਯਾਰ, ਨੋ ਕਮੈਂਟਸ। ਤੁਸੀਂ ਕੈਂਸਲ ਕੀਤੀ ਜੋ ਹੋ ਗਿਆ ਠੀਕ ਹੈ, ਕੋਈ ਕਮੈਂਟਸ ਨਹੀਂ ਸਰ। ਉਹਦਾ ਕਾਰਨ ਤਾਂ ਦੱਸ ਦਿਓ। ਕਾਰਨ ਸਾਡੀ ਸਾਈਟ ਆਪਣੀ ਆ। ਤੁਸੀਂ 1 ਤਰੀਕ ਨੂੰ ਉਹਦਾ ਐਸੇ ਬੋਲੀਆਂ ਰੱਖੀਆਂ ਨਾ ਅਸੀਂ ਉਹਦੇ ਚਿੱਠੀ ਮੈਨੂੰ WhatsApp ਤੇ ਇਹਨਾਂ ਨੂੰ ਭੇਜ ਰਹੇ ਨੇ ਆਪਣੇ ਨੰਬਰ ਤੋਂ। ਪਹਿਲੇ ਤਾਂ ਕੋਈ ਵੀ ਆਪਣਾ ਆਫੀਸਰ ਆਪਣੇ ਨੰਬਰ ਤੋਂ ਪਰਸਨਲ ਮੈਸੇਜ ਨਹੀਂ ਭੇਜ ਸਕਦਾ। ਉਹ ਵੀ ਇਹ ਮੈਨੂੰ 6 ਤਰੀਕ ਨੂੰ ਭੇਜ ਰਹੇ ਨੇ, ਜਿਹੜੀ ਵਰਤਮਾਨ ਦੀ ਬੋਲੀ ਹੈ। ਪਰ ਇਹਨਾਂ ਦਾ ਡੁਗਰੀ ਦਾ ਵੱਲੋਂ ਮੈਨੂੰ ਕੋਈ ਰਿਪਲਾਈ ਨਹੀਂ ਅਫਸਰਾਂ ਨਾਲ ਗਰੁੱਪ ਸੀ ਦੇ ਨਾ ਫਾਈਲ ਭੇਜੀ ਗਈ, ਕੈਂਸਲ ਇਹਨਾਂ ਵੱਲੋਂ ਕੀਤੀ ਗਈ ਹੈ। ਉਹ ਭਾਈ ਸਾਹਿਬ ਨਿਕਲ ਦਿਓ, ਮੈਂ ਰੋਕ ਸਕਦਾ। ਮੈਂ ਕੋਈ ਗੱਲ ਕਰਨ ਤੇ ਨਹੀਂ ਆ, ਮੇਰੇ ਕੋਲ ਰਾਈਟ ਤੇ ਨਾ ਗੱਲ ਕਰਨ ਦਾ। ਸਰ ਤੁਸੀਂ ਹੱਥ ਪ੍ਰੈਸ ਸਾਹਮਣੇ ਹੈ ਜੀ। ਯਾਰ ਮੇਰੇ ਤੇ ਸਾਡੇ ਤੇ ਇਲਜ਼ਾਮ ਅੱਗੇ ਤੁਸੀਂ ਲੱਖਾਂ ਮੇਰੇ ਬਾਰੇ ਕੋਈ ਨਹੀਂ ਕਰੋ ਜੀ, ਇਲਜ਼ਾਮ ਲੱਗਾ ਕੇ ਨਹੀਂ ਕਰੋ ਜੀ। ਮੈਂ ਨੋ ਕਮੈਂਟਸ, ਇਹ ਪ੍ਰੈਸ ਨੂੰ ਨੋ ਕਮੈਂਟਸ ਯਾਰ, ਨੋ ਕਮੈਂਟਸ। ਮੈਂ ਕੋਈ ਮੰਗ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਵੱਲੋਂ ਪੈਸੇ ਜਮ੍ਹਾਂ ਕਰਾਏ ਗਏ। ਸਰ ਮੈਂ ਪਿਛਲੇ ਦਿਨ 5 ਤਰੀਕ ਨੂੰ ਇੱਥੇ ਦਫ਼ਤਰ ਆਇਆ ਸੀ। ਉਹ 'ਚ ਪ੍ਰੈਸ ਮੀਡੀਆ ਨੂੰ ਮੈਂ ਵਾਈਟ ਵੀ ਦਿੱਤੀ ਸੀ ਦਫ਼ਤਰ ਦੇ ਬਾਹਰ ਖੜੇ ਹੋ ਕੇ, ਤੇ ਉਸ ਵਿੱਚ ਮੈਂ ਇਹਨਾਂ ਨੂੰ ਸਾਰਿਆਂ ਸੀਏ ਮੈਡਮ ਨੂੰ ਸਲਿੱਪ ਵੀ ਭੇਜੀ ਸੀ, ACA ਸਾਹਿਬ ਨੂੰ ਵੀ ਮਿਲਿਆ ਸੀ, ਨੀਚੇ ਅਫਸਰਾਂ ਨੂੰ ਵੀ ਮਿਲਿਆ ਸੀ, ਉੱਪਰ ਨਵੀਨ ਕੰਬੋਜ ਜੀ ਐਕਸੀਅਨ ਸਾਹਿਬ ਨੇ, ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਵੀ ਹੈ। ਮੈਂ ਉਹਨਾਂ ਨੂੰ ਵੀ ਮਿਲਿਆ ਸੀਗਾ, ਜਿਸ ਵਿੱਚ ਉਹਨਾਂ ਨੂੰ ਮੈਂ ਆਪਣੀ ਪ੍ਰੋਬਲਮ ਦੱਸੀ ਸੀ ਕਿ ਸਰ ਮੈਨੂੰ ਇਹ ਜਗ੍ਹਾ ਅਲਾਟ ਕੀਤੀ ਹੋਈ ਹੈ। ਉਹਨਾਂ ਨੇ ਕਿਹਾ ਸੀ ਕਿ ਇਹ ਜਗ੍ਹਾ ਦੀ ਬੋਲੀ ਨਹੀਂ ਕਰਵਾਈ ਜਾਊਗੀ। ਮੈਂ ਉਹਨਾਂ ਨੂੰ ਇਹ ਵੀ ਦੱਸਿਆ ਸੀ ਸਰ ਕਿ ਮੈਂ ਲੀਗਲੀ ਕੋਰਟ ਵਿੱਚ ਵੀ ਕੇਸ ਫਾਈਲ ਕੀਤਾ ਹੈ, ਪਰ ਇਹਨਾਂ ਵੱਲੋਂ ਇੱਕ ਚਿੱਠੀ ਕੱਢੀ ਗਈ 7 ਤਰੀਕ ਨੂੰ, ਕੱਲ ਕੋਰਟ ਵਿੱਚ ਜਿਹੜੀ ਪੇਸ਼ ਕੀਤੀ ਗਈ। ਪਹਿਲੇ ਮੇਰੇ ਕੋਲ ਅੱਜ ਤੱਕ ਉਹ ਚਿੱਠੀ ਨਹੀਂ ਆਈ। ਕੋਰਟ ਵਿੱਚ ਇਹਨਾਂ ਨੇ ਚਿੱਠੀ ਭੇਜੀ ਹੈ 1 ਤਰੀਕ ਦਾ ਨੰਬਰ ਲਗਾ ਕੇ, ਤੇ ਉਸ ਵਿੱਚ 1 ਤਰੀਕ ਦਾ ਨੰਬਰ ਲੱਗਾ ਹੋਇਆ, ਪਲੱਸ 'ਚ ਡੇਟ ਪਈ ਹੋਈ ਹੈ 1 ਤਰੀਕ। ਜੇ ਇਹਨਾਂ ਨੇ 1 ਤਰੀਕ ਨੂੰ ਚਿੱਠੀ ਕੱਢੀ ਸੀ, ਮੈਂ 2 ਤਰੀਕ ਨੂੰ ਆਫਿਸ ਆਇਆ ਸੀ, ਮੇਰੇ ਕੋਲ ਉਹਦਾ ਆਫੀਸ਼ੀਅਲ ਰਿਕਾਰਡ ਹੈ। 1 ਤਰੀਕ ਨੂੰ ਮੈਂ ਕਮਿਸ਼ਨਰ ਦੀ ਪਰਮਿਸ਼ਨ ਇੱਥੇ ਜਮ੍ਹਾਂ ਕਰਾਉਣ ਆਇਆ ਸੀ, ਮੇਰੇ ਕੋਲ ਉਹਦਾ ਵੀ ਆਫੀਸ਼ੀਅਲ ਰਿਕਾਰਡ ਹੈ, ਇਹਨਾਂ ਦੀ ਡਾਇਰੀ ਦਾ ਲੱਗਾ ਹੋਇਆ। ਇੱਥੇ CCTV ਲੱਗੇ ਹੋਏ ਨੇ, ਚੈੱਕ ਵੀ ਕਰ ਸਕਦੇ ਨੇ। 5 ਤਰੀਕ ਨੂੰ ਮੈਂ ਇੱਥੇ ਪ੍ਰੈਸ ਨੂੰ ਵਾਈਟ ਦਿੱਤੀ ਹੈ ਬਾਹਰ ਖੜਾ ਹੋ ਕੇ, ਤੇ ਮੈਂ ਸਾਰੇ ਅਫਸਰਾਂ ਨੂੰ ਮਿਲ ਕੇ ਗਿਆ। ਮੈਂ ਉਦੋਂ ਵੀ ਆਫਿਸ ਆਇਆ ਸੀ, ਮੈਨੂੰ ਕੋਈ ਲੈਟਰ ਨਹੀਂ ਅਪਲੋਡ ਕਰਵਾਈ ਗਈ। ਉਹ ਲੈਟਰ ਨਾ ਕੋਈ ਰਜਿਸਟਰਡ ਪੋਸਟ 'ਚ ਕੀਤੀ ਗਈ, ਨਾ ਉਹ ਕਿਤੇ ਭੇਜੀ ਗਈ। ਉਹ ਅਫਸਰਾਂ ਨੇ ਇੱਕ ਸਿਰਫ ਚਿੱਠੀ ਕੱਢ ਕੇ ਆਪਣੇ ਰਜਿਸਟਰਾਂ 'ਚ ਰੱਖ ਲਈ, ਤੇ ਅੱਜ ਬੋਲੀ ਕਰਨ ਤੋਂ ਪਹਿਲੇ 1 ਦਿਨ ਪਹਿਲੇ ਕੋਰਟ ਵਿੱਚ ਉਹ ਚਿੱਠੀ ਦਿਖਾਤੀ। ਉਸ 'ਤੇ ਜੇ ਇਹਨਾਂ ਨੇ ਮੈਨੂੰ 1 ਤਰੀਕ ਨੂੰ ਚਿੱਠੀ ਸੈਂਡ ਕੀਤੀ ਸੀ, ਤੇ ਮੈਨੂੰ ਕੋਈ ਉਹਦਾ ਰਜਿਸਟਰਡ ਪੋਸਟ ਜਾਂ ਮੇਰੀ ਕਿਤੇ ਰਿਸੀਵਿੰਗ ਦਿਖਾਈ ਜਾਵੇ। ਸੈਕਿੰਡ ਥਿੰਗ, ਇਹਨਾਂ ਨੇ 6 ਤਰੀਕ ਨੂੰ ਮੈਨੂੰ ਬੋਲੀ 'ਤੇ ਬੈਠਣ ਲਈ ਇੱਕ ਨੋਟਿਸ ਭੇਜਿਆ ਸੀ, ਵਰਧਮਾਨ ਦੀ ਬੋਲੀ 'ਤੇ ਬੈਠਣ ਲਈ, ਨਾ ਕਿ ਡੁਗਰੀ ਦੀ ਬੋਲੀ 'ਤੇ ਬੈਠਣ ਲਈ। ਜੇ ਮੈਨੂੰ ਉਹ 6 ਤਰੀਕ ਨੂੰ ਵਰਧਮਾਨ ਦੀ ਬੋਲੀ 'ਤੇ ਨੋਟਿਸ ਭੇਜ ਰਹੇ ਸੀ, ਤੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਮੈਨੂੰ ਉਹ ਜਗ੍ਹਾ ਅਲੋਟਿਡ ਸੀ, ਮੈਨੂੰ ਉਹਦਾ ਡੁਗਰੀ ਦਾ ਨੋਟਿਸ ਵੀ WhatsApp 'ਤੇ ਭੇਜ ਦੇ। ਪਰ ਇਹਨਾਂ ਨੇ ਮੈਨੂੰ ਡੁਗਰੀ ਦੀ ਬੋਲੀ 'ਤੇ ਬੈਠਣ ਲਈ ਕੋਈ ਨੋਟਿਸ ਨਹੀਂ ਭੇਜਿਆ, ਨਾ ਮੈਨੂੰ ਰਿਟ ਕਰਵਾਇਆ ਗਿਆ ਕਿ ਤੁਸੀਂ ਡੁਗਰੀ ਦੀ ਬੋਲੀ 'ਤੇ ਆਓ। ਇੱਥੇ ਸਵੇਰੇ ਆਉਣ ਤੋਂ ਬਾਅਦ, ਪਹੁੰਚਣ ਤੋਂ ਬਾਅਦ ਇਹ ਕਹਿ ਰਹੇ ਨੇ ਕਿ ਸਰ ਤੁਸੀਂ ਬੋਲੀ ਦੇ ਲਓ, ਤੁਹਾਡੀ ਕੱਲ੍ਹ ਅਸੀਂ ਕੋਰਟ 'ਚ ਦਿਖਾਤਾ ਸੀ ਕਿ ਕੈਂਸਲ ਕਰ ਦਿੱਤੀ ਗਈ ਹੈ। ਮੈਂ ਇੱਕ ਸਿੰਪਲ ਇਹ ਪੁੱਛਣਾ ਚਾਹੁੰਦਾ ਸਰ, IPC ਧਾਰਾ 42 ਐਂਡ 43 ਦੇ ਵਿੱਚ, CPSE ਐਕਟ ਦੇ ਵਿੱਚ ਸਿੰਪਲ ਕਿਹਾ ਗਿਆ ਗਲਾਡਾ ਰੂਲਾਂ ਦੇ ਵਿੱਚ ਕਿ ਇੱਕ ਤਾਂ ਜਿਹੜੀ ਅਸੀਂ ਕਿਸੇ ਨੂੰ ਜਗ੍ਹਾ ਅਲਾਟ ਕੀਤੀ ਹੈ, 2 ਕਾਰਨਾਂ ਦੇ ਕਾਰਨ ਹੀ ਸਿਰਫ ਕੈਂਸਲ ਹੋ ਸਕਦੀ ਹੈ। ਉਸ ਦਾ ਪਹਿਲਾ ਕਾਰਨ ਇਹ ਹੈ ਕਿ ਜਿਹੜਾ ਡਿਫੈਂਡੈਂਟ ਹੈ, ਉਹਨੇ ਐਪਲੀਕੈਂਟ ਹੈ, ਉਸਨੇ ਪੈਸੇ ਨਾ ਜਮ੍ਹਾਂ ਕਰਵਾਏ ਹੋਣ। ਦੂਸਰਾ ਕਾਰਨ ਉਹਦੇ ਕੋਲ ਲਾਅ ਐਂਡ ਆਰਡਰ ਦੀ ਪਰਮਿਸ਼ਨ ਨਾ ਹੋਵੇ। ਇਸ ਵਿੱਚ ਇਹਨਾਂ ਦੇ ਦੋਨੋਂ ਕਾਰਨ ਨਹੀਂ ਹੈ। ਮੈਨੂੰ ਲਾਅ ਐਂਡ ਆਰਡਰ ਦੀ ਪਰਮਿਸ਼ਨ 31 ਤਰੀਕ ਦੀ ਮਿਲੀ ਹੋਈ ਹੈ, ਇਹਨਾਂ ਨੇ 1 ਤਰੀਕ ਨੂੰ ਕੈਂਸਲ ਕੀਤੀ ਹੈ। ਸੈਕਿੰਡ ਥਿੰਗ, ਇਹਨਾਂ ਨੂੰ ਜਿਹੜੇ ਇਹਨਾਂ ਨੇ ਪੈਸੇ ਆ, ਮੈਂ ਉਹ ਦੂਸਰੇ ਜਿਸ ਦਿਨ ਇਹਨਾਂ ਨੇ ਪਰਮਿਸ਼ਨ ਦਿੱਤੀ ਹੈ ਉਸੇ ਦਿਨ ਮੈਂ ਜਮ੍ਹਾਂ ਕਰਵਾ ਦਿੱਤੇ ਸੀ। ਮੇਰੇ ਵੱਲੋਂ ਕੋਈ ਵੀ ਇਹਨਾਂ ਦਾ ਬੈਲੈਂਸ ਬਕਾਇਆ ਨਹੀਂ ਹੈ। ਇਹਨਾਂ ਵੱਲੋਂ ਅੱਜ ਉਸ ਜਗ੍ਹਾ ਦੀ ਫਿਰ ਦੁਬਾਰਾ ਬੋਲੀ ਕਰਵਾਈ ਗਈ ਹੈ। ਥਰਡ ਥਿੰਗ, ਇਹਨਾਂ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ, ਤੇ ਇਹ ਜੇ ਹੋਰ ਵੀ ਕੰਪਲੀਟਸ ਐਪਲੀਕੈਂਟਸ ਵੱਲੋਂ ਕੰਪਲੇਂਟਾਂ ਆਈਆਂ ਹਨ ਕਿ ਇਹ ਇਹਨਾਂ ਨੇ ਪੈਸੇ ਖਾ ਕੇ ਕੀਤਾ। ਮੈਨੂੰ ਤਾਂ ਇਹ ਲੱਗ ਰਿਹਾ ਇਹਨਾਂ ਨੇ ਮੇਰਾ ਵੀ ਇਹ ਜਿਹੜਾ ਕੀਤਾ ਹੈ ਪੈਸੇ ਖਾ ਕੇ ਕੀਤਾ ਹੋਇਆ, ਕਿਉਂਕਿ ਜੇ ਇਹਨਾਂ ਨੇ ਮੇਰੀ 1 ਤਰੀਕ ਨੂੰ ਕੈਂਸਲ ਕੀਤੀ ਸੀ ਤੇ ਮੈਨੂੰ ਸੈਂਡ ਕਰਦੇ। ਤੌਰ ਜੇ ਇਹ ਕਹਿੰਦੇ ਨੇ ਕਿ ਅਸੀਂ WhatsApp 'ਤੇ ਨਹੀਂ ਭੇਜਦੇ, ਜਾਂ ਕੋਈ ਤੁਹਾਨੂੰ ਡਾਕ ਰਾਹੀਂ ਭੇਜੀ, ਉਹਦੀ ਡਾਕ ਦੀ ਕੋਈ ਰਸੀਦ ਦੇਣ ਜਾਂ ਕੋਈ ਉਹਦਾ ਲੀਗਲ ਨੋਟਿਸ ਦੇਣ। ਸੈਕਿੰਡ ਥਿੰਗ ਸਰ, ਆਪਾਂ ਕੋਈ ਵੀ ਬੋਲੀਆਂ 'ਚ ਜਾਂਦੇ ਹਾਂ ਜਾਂ ਕਿਤੇ ਵੀ ਜਾਂਦੇ ਹਾਂ, ਜਾਂ ਪਾਰਕਿੰਗ ਦੀ ਬੋਲੀ
ਬੋਲੀ ਤੇ ਜਾਂਦੇ ਹਾਂ ਉਹਦੇ ਰੇਟ ਉੱਥੇ ਨਿਸ਼ਚਿਤ ਕੀਤੇ ਜਾਂਦੇ ਨੇ। ਇਹਨਾਂ ਵੱਲੋਂ ਕੋਈ ਰੂਲ ਰੈਗੂਲੇਸ਼ਨ ਨਹੀਂ ਕੱਢੀ ਗਈ। ਜਿਹੜੀ ਇਹਨਾਂ ਨੇ ਪਰਸੋਂ ਰੂਲ ਰੈਗੂਲੇਸ਼ਨ ਦਿੱਤੀ ਸੀਗੀ ਉਹਦੇ 'ਚ ਇਹਨਾਂ ਨੇ ਲਿਖਿਆ ਸੀ ਜੀ 7 ਤਰੀਕ ਨੂੰ 4 ਵਜੇ ਤੋਂ ਪਹਿਲੇ ਜਿਨ੍ਹਾਂ ਦੀ ਐਪਲੀਕੇਸ਼ਨ ਆਊਗੀਆਂ ਉਹ ਬੋਲੀ 'ਚ ਬੈਠੇ ਜਾਣਗੇ। ਇਹਨਾਂ ਨੇ ਮਾਰਨਿੰਗ 'ਚ ਘੱਟੋ ਘੱਟ 40 ਐਪਲੀਕੇਸ਼ਨਾਂ ਸਵੇਰੇ ਲਿੱਤੀਆਂ ਹੈ। ਜੇ ਉਹਨਾਂ ਨੇ ਇਹ ਕਹਿੰਦੇ ਕਿ ਅਸੀਂ ਰੂਲ ਦਿੱਤੇ ਸੀਗੇ ਸਾਡੀ ਮਰਜ਼ੀ ਜਦੋਂ ਮਰਜ਼ੀ ਚੇਂਜ ਕਰ ਸਕਦੇ ਹਾਂ, ਫਿਰ ਤਾਂ ਗਲਾਡਾ ਮਹਿਕਮਾ ਇਹਨਾਂ ਦਾ ਹੋ ਗਿਆ। ਕੱਲ੍ਹ ਨੂੰ ਇਹ ਗਲਾਡਾ ਮਹਿਕਮਾ ਵੀ ਜਦੋਂ ਚਾਹਣ ਉਦੋਂ ਚੇਂਜ ਕਰ ਸਕਦੇ ਨੇ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਉਹਨੇ ਦੱਸੋ? ਸਰ ਮੇਰਾ 20 ਤੋਂ 25 ਲੱਖ ਤੱਕ ਦਾ ਨੁਕਸਾਨ ਹੋਇਆ। ਉਸਮਾਨ ਖਾਨ ਦਾ ਨਾਮ ਦਾ ਰਾਵਣ ਬਣਵਾਉਣ ਵਾਲਾ ਬੰਦਾ ਹੈ ਜਿਹੜਾ ਚੀਮਾ ਚੌਂਕ ਸਹਾਰਨਪੁਰ ਤੋਂ ਆ ਕੇ ਬੈਠਾ ਹੈ, ਜਿਸਨੇ ਪੁਲਤਰੇ ਅਸੀਂ ਸੁਸਾਇਟੀ ਵੱਲੋਂ ਉਸਨੂੰ ਆਰਡਰ ਦਿੱਤਾ ਸੀ, ਉਸਨੇ ਤਿਆਰ ਕਰਵਾ ਚੁੱਕਾ ਹੈ। ਸਾਗਰ ਟੈਂਟ ਹਾਊਸ ਵਾਲਾ ਹੈ ਜਿਸ ਨੂੰ ਅਸੀਂ ਪੇਮੈਂਟ ਕੀਤੀ ਹੋਈ ਹੈ, ਜਿਸਨੇ ਉੱਥੇ ਟੈਂਟ ਵਗੈਰਾ ਲਗਾਉਣਾ ਸੀਗਾ। ਥਰਡ ਥਿੰਗ ਮੇਰੇ ਝੂਲੇ ਸੋਡਲ ਮੰਦਰ ਆ ਚੁੱਕੇ ਨੇ, ਉਸਦੀ ਬਿਲਟੀਆਂ ਇਹਨਾਂ ਨੂੰ ਮੈਂ ਨਾਲ ਲਗਾ ਕੇ ਕੋਰਟ 'ਚ ਵੀ ਦਿੱਤੀਆਂ, ਇਹਨਾਂ ਨੂੰ ਵੀ ਭੇਜੀਆਂ ਸੀਗੀਆਂ। ਘੱਟੋ ਘੱਟ ਉਹਦੀ 4 ਲੱਖ ਦੀ ਲੋਡਿੰਗ ਹੈ। ਮੈਂ ਆਪਣੇ ਅਕਾਊਂਟ 'ਚੋਂ ਉਹਨਾਂ ਨੂੰ ਐਡਵਾਂਸ ਪਾਇਆ ਹੋਇਆ ਹਰ ਇੱਕ ਝੂਲੇ ਵਾਲੇ ਨੂੰ ਲੱਖ ਰੁਪਏ, ਜਿਹਦੀ ਮੇਰੇ ਕੋਲ ਰਜਿਸਟਰਡ ਰਸੀਦ ਹੈ ਉਹ ਵੀ ਮੈਂ ਗਲਾਡਾ ਨੂੰ ਪ੍ਰੋਵਾਈਡ ਕਰਵਾ ਚੁੱਕਾ। ਉਸ 'ਤੇ ਵੀ ਕੋਈ ਇਹਨਾਂ ਨੇ ਦੇਖਿਆ ਨਹੀਂ। ਨਵੀਨ ਕੰਬੋਜ ਜੀ ਕੋ ਮੈਂ 5 ਤਰੀਕ ਨੂੰ ਹੋ ਕੇ ਵੀ ਗਿਆ ਵਾਂ, ਮੇਰੇ ਕੋਲ ਦੀ ਰਿਟਨ ਇਨਫੋਰਮੇਸ਼ਨ ਉਹਨਾਂ ਨੂੰ ਲੈਟਰ ਦੇ ਕੇ ਗਿਆ ਵਾਂ ਨੰਬਰ ਲਗਵਾ ਕੇ, ਉਸ 'ਤੇ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹਨਾਂ ਨੇ ਸਿਰਫ ਅੱਜ ਬੋਲੀ ਕਰਵਾਈ। ਔਰ ਜੀ ਮੇਰੀ 1 ਤਰੀਕ ਨੂੰ ਕੈਂਸਲ ਕਰ ਦਿੱਤੀ ਸੀ, ਤੁਸੀਂ ਮੈਨੂੰ 5 ਤਰੀਕ ਨੂੰ ਕਿਉਂ ਕਹਿ ਰਹੇ ਹੋ? ਸਰ ਅਸੀਂ ਤੁਹਾਡੇ ਕੰਮ ਬਾਰੇ ਸੋਚਾਂਗੇ। ਤੁਹਾਨੂੰ ਜਿਹੜੇ ਪੈਸੇ ਜਮ੍ਹਾਂ ਕਰਾਏ ਤੁਹਾਨੂੰ ਰਿਫੰਡੇਬਲ ਕੀਤੇ ਨੇ? ਨਹੀਂ ਸਰ, ਹਾਲੇ ਤੱਕ ਸਾਨੂੰ ਕੋਈ ਪੈਸੇ ਰਿਫੰਡੇਬਲ ਨਹੀਂ ਕੀਤੇ। ਮੇਰੇ ਨਾਲ ਇੱਕ ਚਾਹੇ ਡੁਗਰੀ ਦਾ ਇਹ ਹੋ ਗਿਆ ਸਰ, ਵਰਧਮਾਨ ਦੇ ਇਹਨਾਂ ਨੇ 3 ਜਣਿਆਂ ਕੋਲ ਪੈਸੇ ਜਮ੍ਹਾਂ ਕਰਵਾਏ ਨੇ, ਉਹ ਵੀ ਹਾਲੇ ਤੱਕ ਰਿਫੰਡੇਬਲ ਨਹੀਂ ਕੀਤੇ। ਜੇ ਇਹਨਾਂ ਨੇ ਬੋਲੀ ਕਰਵਾਉਣੀ ਸੀ ਪਹਿਲੇ ਪੁਰਾਣੇ ਪੈਸੇ ਦਾ ਰਿਫੰਡ ਕਰਦੇ, ਜਾਂ ਜਿਹਨੂੰ ਅਲਾਟ ਕੀਤੀ ਸੀ ਉਹਨੂੰ ਇੱਕ ਰੀਜ਼ਨ ਤਾਂ ਦੱਸਦੇ। ਤੁਸੀਂ ਉਹਨੂੰ ਇੱਕ ਵਾਰੀ ਬੁਲਾਉਂਦੇ, ਉਹਦੇ ਕੋਲ ਰਿਟਨ ਰੀਜ਼ਨ ਲੈਂਦੇ ਜਾਂ ਉਹਨੂੰ ਰਿਟਨ ਰੀਜ਼ਨ ਦਿੰਦੇ ਕਿ ਕਿਉਂ ਕਰਵਾਈ ਗਈ। ਮੰਗ ਕੀ ਕਰਦੇ ਹੋ? ਮੰਗ ਇਹੀ ਕਰਦੇ ਆ ਜੀ ਇਹਨੂੰ ਮਸਲੇ ਨੂੰ ਪਾਰਦਰਸ਼ੀ ਕੀਤਾ ਜਾਵੇ, ਕਿਉਂ ਕਰਕੇ 1-2 ਦਿਨਾਂ ਦੇ ਵਿੱਚ ਕੁਝ ਵੀ ਜੇ ਅੱਜ ਇਹ ਬੋਲੀ ਰਖਵਾ ਸਕਦੇ ਨੇ, ਕਰਵਾ ਸਕਦੇ ਨੇ, ਕੈਂਸਲ ਕਰ ਸਕਦੇ ਨੇ, ਚਿੱਠੀਆਂ ਵਿੱਚ ਲਗਾ ਕੇ ਸਬੂਤ ਵੀ ਬਣਾ ਸਕਦੇ ਨੇ। ਇਹਨਾਂ ਨੇ ਤਾਂ ਇੱਕ ਆਪਣਾ ਧੱਕਾ ਕੀਤਾ ਹੋਇਆ ਕਿ ਜਿਸ ਤਰ੍ਹਾਂ ਮਰਜ਼ੀ ਕਰ ਲਓ, ਜਿਹਦਾ ਜੋ ਨੁਕਸਾਨ ਹੁੰਦਾ ਹੋ ਜਾਵੇ, ਉਹਨਾਂ ਨੂੰ ਕੋਈ ਫਰਕ ਨਹੀਂ ਹੈ। ਸਰ ਮੈਂ ਕੰਪਲੇਂਟ ਦਊਂਗਾ ਸੀਪੀ ਸਾਹਿਬ ਨੂੰ, ਡੀਸੀ ਮੈਮ ਨੂੰ। ਬਾਕੀ ਹੋਰ ਨਹੀਂ ਸੁਣਵਾਈ ਹੁੰਦੀ ਤਾਂ ਜੀ ਮਰਨ ਵਾਲਾ ਹਾਲ ਤਾਂ ਵੈਸੇ ਹੀ ਹੋ ਗਿਆ, ਉਹੀ ਕਰਾਂਗੇ, ਹੋਰ ਕੀ ਕਰਾਂਗੇ। ਪਿਛਲੇ ਕਿੰਨੇ ਦਿਨਾਂ ਤੋਂ ਤੁਸੀਂ ਠੇਕਾ ਲੈਂਦੇ ਆ ਰਹੇ ਹੋ? ਸਰ ਪਿਛਲੇ ਕਈ ਸਾਲਾਂ ਤੋਂ ਸਾਡੀ ਸੁਸਾਇਟੀ ਸ਼ਿਵ ਭੋਲਾ ਸ਼ੰਕਰ ਦੁਸ਼ਹਿਰਾ ਕਮੇਟੀ, ਜਿਨ੍ਹਾਂ ਦੇ ਆਮਣੇ ਸਾਹਮਣੇ ਸਾਡੇ ਘਰ ਨੇ ਗਰਾਊਂਡ ਦੇ ਨਾਲ, ਅਸੀਂ ਰਲ ਕੇ ਉੱਥੇ ਦੁਸ਼ਹਿਰਾ ਮੇਲਾ ਲਗਾਉਂਦੇ ਹਾਂ। ਪਿਛਲੇ 4 ਸਾਲਾਂ ਤੋਂ ਲੱਗਦਾ ਆ ਰਿਹਾ। 2 ਸਾਲਾਂ ਤੋਂ ਕੋਵਿਡ ਦੇ ਕਾਰਨ ਨਹੀਂ ਲੱਗਿਆ। ਉਹ ਵੀ ਪੈਸੇ ਮੇਰੇ ਇਹਨਾਂ ਕੋਲ ਜਮ੍ਹਾਂ ਸੀ, ਉਹ ਇਹਨਾਂ ਨੇ ਇਸ ਵਿੱਚ ਐਡਜਸਟ ਕਰਕੇ ਮੈਨੂੰ 34 ਮਹੀਨੇ ਪਰਮਿਸ਼ਨ ਦਿੱਤੀ ਸੀ। ਮੈਨੂੰ ਕੋਈ ਉਹਨਾਂ ਨੇ ਰਿਫੰਡ ਵੱਲੋਂ ਨਹੀਂ ਕਿਹਾ, ਕੁਛ ਵੱਲੋਂ ਨਹੀਂ ਕਿਹਾ। 7 ਦਿਨਾਂ ਦੇ ਵਿੱਚ ਵੀ ਕੱਲ੍ਹ ਇਹਨਾਂ ਨੇ ਮੈਨੂੰ ਦਿਖਾਇਆ ਕਿ ਤੁਹਾਡੀ 1 ਤਰੀਕ ਨੂੰ ਕੈਂਸਲ ਕਰ ਦਿੱਤੀ। ਮੈਂ ਕਹਿੰਦਾ ਮੰਨ ਲਿਆ ਜੀ ਤੁਸੀਂ 1 ਤਰੀਕ ਨੂੰ ਕੈਂਸਲ ਕਰਕੇ 8 ਨੂੰ ਬੋਲੀ ਰੱਖਤੀ, ਕਮ ਸੇ ਕਮ ਮੇਰੀ ਇੱਕ ਕਿਤੇ ਰਿਸੀਵਿੰਗ ਤਾਂ ਹੋਣੀ ਚਾਹੀਦੀ ਹੈ। ਮੈਨੂੰ ਕਾਰਨ ਤਾਂ ਦੱਸਿਆ ਜਾਣਾ ਚਾਹੀਦਾ ਨਾ ਕਿ ਮੇਰੀ ਕੈਂਸਲ ਕਿਉਂ ਕੀਤੀ। ਮੈਂ ਬਸ ਇਹੀ ਮੰਗ ਕਰੂੰਗਾ ਪ੍ਰੈਸ ਨੂੰ ਕਿ ਕਿਸੇ ਜੇ ਆਪਣੀ ਇੱਕ ਲਾਈਫ ਦੀ ਮੈਂ ਸਾਰੀ ਸੇਵਿੰਗ ਇਸ 'ਤੇ ਲਗਾਈ ਹੈ, ਅਤੇ ਜਿਹੜੇ ਕਿ ਜਿਨ੍ਹਾਂ ਦੇ ਮੈਂ ਕੋਈ ਜਿਹਦੇ ਮੇਰੇ ਕੰਪਿਊਟਰ ਨੇ ਉਹਨਾਂ ਦੇ ਜੇ ਮੈਂ ਜੌਬ ਕਰਕੇ ਉਹਨਾਂ ਕੋਲ ਕੰਮ ਸਿੱਖ ਕੇ ਅੱਜ ਉਹਨਾਂ ਦੇ ਸਾਹਮਣੇ ਖੜਾ ਹੋ ਗਿਆ, ਅਤੇ ਇਹ ਨਹੀਂ ਹੈ ਕਿ ਉਹ ਦਫ਼ਤਰ ਦਾ ਆਫਿਸ ਦੇ ਵਾਲੇ ਅਫਸਰਾਂ ਦੇ ਨਾਲ ਰਲ ਕੇ ਕਿ ਦੂਸਰੇ ਦਾ ਨੁਕਸਾਨ ਕਰਾਉਣ, ਕਿਸੇ ਦੀ ਪੂਰੀ ਲਾਈਫ ਸੇਵਿੰਗ ਬਰਬਾਦ ਕਰ ਦੇਣ। ਇਸ ਦੇ ਮਿਲੀ ਓਬਵੀਅਸਲੀ ਹੈਗੀ ਹੈ ਸਰ, ਤਾਂ ਹੀ ਇਹਨਾਂ ਨੇ ਆਪਣੇ ਰਜਿਸਟਰਾਂ ਚਿੱਠੀ ਮੈਨੂੰ ਮਾਰਕ ਕਰਕੇ ਕੱਢ ਕੇ 1 ਤਰੀਕ ਦੀ ਤਾਂ ਹੀ ਆਪਣੇ ਰਜਿਸਟਰਾਂ 'ਚ ਰੱਖੀ। ਜੇ ਨਹੀਂ ਤਾਂ ਮੈਨੂੰ ਅੱਜ ਵੀ ਮੈਂ ਇਹਨਾਂ ਨੂੰ ਇੱਕ ਬੋਲੀ ਕਰਾਉਣ ਤੋਂ ਪਹਿਲੇ ਕੁਐਸਚਨ ਪੁੱਟ ਆਊਟ ਕੀਤਾ ਕਿ ਸਰ ਮੈਨੂੰ ਉਹਦਾ ਨੰਬਰ ਦਿਖਾ ਦਿਓ, ਮੈਨੂੰ ਪੋਸਟ ਕੀਤੀ ਹੋਈ ਚਿੱਠੀ ਦਿਖਾ ਦਿਓ, ਮੇਰੀ ਕਿਤੇ ਰਿਸੀਵਿੰਗ ਦਿਖਾ ਦਿਓ। ਜੇ ਇਹਨਾਂ ਕੋਲ ਹੁੰਦੀ ਤਾਂ ਅੱਜ ਉਹ ਮੈਨੂੰ ਬੋਲੀ 'ਚ ਜ਼ਰੂਰ ਦਿਖਾਉਂਦੇ। ਇਹਨਾਂ ਨੇ ਸਮਾਂ ਇਸ ਲਈ ਲਿੱਤਾ ਹੈ ਕਿ ਕੱਲ੍ਹ ਨੂੰ ਇਹ ਰਿਕਾਰਡ ਆਪ ਤਿਆਰ ਕਰ ਸਕਣ, ਉਸ ਵਿੱਚ ਕੁਝ ਵੀ ਕਰ ਸਕਦੇ ਨੇ। ਆਮ ਆਦਮੀ ਪਾਰਟੀ ਦੀ ਕਹਿੰਦੀ ਸੀ ਜੋ ਵੀ ਕੰਮ ਕਰਾਂਗੇ ਪਾਰਦਰਸ਼ੀ। ਸਰ ਪਾਰਦਰਸ਼ੀ ਤੁਹਾਡੇ ਸਾਹਮਣੇ ਕਿੰਨਾ ਕੁ ਪਾਰਦਰਸ਼ੀ ਹੈ। ਆਮ ਆਦਮੀ ਪਾਰਟੀ ਨੂੰ ਮੈਂ ਰਾਤ ਨੂੰ ਟਵੀਟ ਪਾ ਕੇ ਹਟਿਆ, ਜਦੋਂ ਮੈਨੂੰ ਕੋਰਟ 'ਚੋਂ ਕੱਲ੍ਹ ਪਤਾ ਲੱਗਿਆ ਕਿ ਇਹ ਕੰਮ ਹੋਇਆ। ਉਹਦੇ 'ਚ ਮੈਂ ਉਹਨਾਂ ਨੂੰ ਜਿਹੜੀ ਇਹਨਾਂ ਦੀ ਨੰਬਰ ਦਿੱਤੇ ਉੱਤੇ ਵੀ ਮੈਂ ਕਰ ਚੁੱਕਾ ਕੰਪਲੇਂਟ। ਉਸ ਤੋਂ ਬਾਅਦ ਮੈਂ ਮੇਲ ਵੀ ਕੀਤੀ ਹੈ, CM ਸਾਹਿਬ ਨੂੰ ਵੀ ਮੇਲ ਕੀਤੀ ਹੈ, ਮਿਨਿਸਟਰ ਸਾਹਿਬ ਨੂੰ ਵੀ, ਅਮਨ ਅਰੋੜਾ ਜੀ ਨੂੰ ਵੀ ਮੇਲ ਕੀਤੀ ਹੈ, MLA ਸਾਹਿਬ ਕੋਲੋਂ ਵੀ ਮੈਂ ਹੋ ਕੇ ਆਇਆ ਵਾਂ। ਅਸੀਂ ਤਾਂ ਸਾਰਿਆਂ ਨੂੰ ਇਹੀ ਕਰ ਰਹੇ ਕਿ ਇਸ ਕੰਮ ਨੂੰ ਪਲੀਜ਼ ਪਾਰਦਰਸ਼ੀ ਕੀਤਾ ਜਾਵੇ ਅਤੇ ਜਲਦੀ ਤੋਂ ਜਲਦੀ ਕੀਤਾ ਜਾਵੇ, ਕਿਉਂ ਕਰਕੇ ਜੋ ਜਿੱਦਾਂ ਜਿਸ ਨੇ ਅੱਜ ਬੋਲੀ ਦਿੱਤੀ ਹੈ ਕੱਲ੍ਹ ਨੂੰ ਮੈਂ ਉਹਦੇ ਨਾਲ ਲੜਾਂ, क्यों करके उसको भी हुण हक है। मेरे को तो उन्होंने पहले हक दिता है, मेरी इन्हों को कोई रिसीविंग नहीं है कि मेरी कैंसल की। और जे कहते कि असीं 1 तरीक नूं मैनूं चिट्ठी भेजी है, वो किस हिसाब नाल भेजी है मैनूं दस्सिया जावे। और एक स्टेट अफसर PCS दे साइन की हुई चिट्ठी नूं एक असिस्टेंट स्टेट अफसर उहदी निचली पोस्ट किवें कैंसल कर सकती है, ये गौरमेंट दे अज तक रूल नहीं है। इन्होंने जिहड़ी ਜਦੋਂ को कोई भी गल पुछी जाती है वो कहते साडे महकमे दे रूल असीं जो मर्जी करिए, तुहानूं असीं कुछ भी एक्सप्लेन करना साडा हक नहीं बनता, ना असीं करांगे। तुसीं जो देनी रिटन कंप्लेंट दे दो, जे साडे वल्लों कुछ होगा जी कार्रवाई करांगे, ना करांगे। मेरे वल्लों इन्हां नूं घट्टो घट्ट 15 एप्लीकेशनां दित्तियां गईयां है, जिसदा मैनूं अज तक कोई रिप्लाई नहीं आया। मैं कहना तुसीं मैनूं नहीं ग्राउंड देनी सी, घट्टो घट्ट रिप्लाई तां लिख के दिओ रिटन। अज तुसीं बोली रखण तो बाद थोड़ी चिट्ठी लेके भेज दूंगे भाजी 6 तरीक नूं तुसीं चिट्ठी भेज रहे हो कि 8 तरीक नूं बोली जी आके बैठो। मेरे को उदों फंड सी, मैं उदों ते जमा करवाए ने, अज मेरे को पैसे नहीं है, मैं तां ही लै नहीं पाया।
ਔਰ ਸਰ ਉੱਥੇ ਜਿਹਦਾ ਹਰ ਇੱਕ ਜੋ ਆਪਾਂ ਦੇਖਦੇ ਆ ਕਿ ਇੱਕ ਧਾਰਮਿਕ ਮਹਿਕਮੇ ਨੂੰ ਇਹਨਾਂ ਨੇ ਖਰਾਬ ਕਰਕੇ ਇੱਕ ਉਹਨੂੰ ਪਬਲਿਕ ਇਸ਼ੂ ਬਣਾ ਰਹੇ ਨੇ, ਜਿਸ ਵਿੱਚ ਕਿ ਉਸ ਉਹ ਕੁਝ ਵੀ ਕਰਨਗੇ। ਹੁਣ ਸਰ ਜਿੰਨੇ 1.5 ਲੱਖ 2 ਲੱਖ 6.5 ਲੱਖ ਰੁਪਏ ਇੱਕ ਦਿਨ ਦਾ ਦੇਣਾ, ਉਹ ਝੂਲਿਆਂ ਤੋਂ ਤਾਂ ਇਕੱਠੇ ਕਰ ਨਹੀਂ ਸਕਦਾ। ਮੈਂ ਇੱਕ ਸਿੰਪਲ ਜੀ ਚੀਜ਼ ਚਾਹੂੰਗਾ, ਕੋਈ ਵੀ ਝੂਲੇ ਵਾਲਾ 6.5 ਲੱਖ ਨਹੀਂ ਦਊਗਾ ਸਰ। ਜਿਨ੍ਹਾਂ ਨੇ ਉੱਥੇ ਜੂਆ ਚਲਾਣਾ 6.5 ਲੱਖ ਦੀ ਗੱਲ ਕੀਤੀ ਪਰ ਡੇ ਹੈ ਸਰ। ਹੁਣ ਮੇਰੀ ਗੱਲ ਸੁਣੋ ਸਰ, ਇੱਕ ਝੂਲਾ ਹੈ, ਉਹਦੇ ਤੇ ਹਰ ਇੱਕ ਤੇ 20 ਸੀਟਾਂ ਹੁੰਦੀਆਂ ਸਿਰਫ। ਅਸੀਂ ਇੱਕ ਝੂਲੇ ਨੂੰ ਜਦੋਂ ਚਲਾਉਣ ਲਈ 15 ਮਿੰਟ ਉਹਨੂੰ ਭਰਨ ਨੂੰ ਲੱਗਦੇ ਨੇ, 15 ਮਿੰਟ ਉਹਨੂੰ ਖਾਲੀ ਕਰਨ ਨੂੰ ਲੱਗਦੇ ਨੇ, 15 ਮਿੰਟ ਉਹ 'ਚ ਬਿਠਾਉਣ ਨੂੰ ਲੱਗਦੇ ਨੇ, 15 ਮਿੰਟ ਉਹ 'ਚ ਉਤਾਰਨ ਨੂੰ ਲੱਗਦੇ ਨੇ 5 ਮਿੰਟ। ਆਪਾਂ ਟੋਟਲ ਸਮਾਂ ਲਾ ਕੇ ਚੱਲੀਏ ਇੱਕ ਰਾਊਂਡ ਨੂੰ 20 ਮਿੰਟਸ ਦੇ ਵਿੱਚ ਲੱਗਦੇ ਨੇ। ਅਸੀਂ ਕਹਿੰਦੇ 1 ਘੰਟੇ 'ਚ ਅਸੀਂ 5 ਰਾਊਂਡ ਕੱਢੇ, ਉਹ 'ਚ 20 ਬੰਦੇ 50 ਰੁਪਏ ਦੀ ਟਿਕਟ ਜੇ ਰੱਖਦੇ ਆ ਤੇ ਉਹ 'ਚ ਆਪਾਂ ਨੂੰ 10,000 ਰੁਪਈਆ ਇਕੱਠਾ ਹੋਇਆ। ਮੈਂ ਕਹਿੰਦਾ ਜੇ ਪੂਰਾ ਦਿਨ ਵੀ ਝੂਲੇ ਚੱਲਦੇ ਨੇ, ਵੈਸੇ ਤਾਂ ਸ਼ਾਮ ਨੂੰ 4 ਵਜੇ ਸ਼ੁਰੂ ਹੁੰਦੇ ਨੇ, ਅਸੀਂ ਕਹਿੰਦਾ ਅਸੀਂ 24 ਘੰਟੇ ਵੀ ਚਲਾ ਲਏ 2,40,000 ਰੁਪਏ ਫਿਰ ਵੀ ਇੱਕ ਝੂਲੇ ਤੋਂ ਇਕੱਠਾ ਹੁੰਦਾ। ਉਹ ਉਸ ਜਿਹੜੀ 1 ਏਕੜ 4 ਪੁਆਇੰਟ ਜਗ੍ਹਾ, ਉਹ 'ਚ ਸਿਰਫ 5 ਝੂਲੇ ਜਗ੍ਹਾ ਲੱਗਣ ਦੀ ਜਗ੍ਹਾ ਵਾ, ਠੀਕ ਹੈ ਜੀ। ਉਸ ਵਿੱਚ ਜੇ ਆਪਾਂ 5 ਲੱਖ ਰੁਪਏ ਇਕੱਠਾ ਕਰ ਰਹੇ ਹਾਂ ਤੇ ਅਸੀਂ ਗਲਾਡਾ ਨੂੰ 6.5 ਲੱਖ ਕਿੱਦਾਂ ਦੇ ਦਾਂਗੇ? ਖਰਚਾ ਕਿੱਦਾਂ ਪੂਰਾ ਕਰਨਗੇ ਜਿਹੜੇ ਖਰਚਾ ਇਹੀ ਪੂਰਾ ਕਰਨਗੇ ਸਰ, ਜਿਹੜੀ ਇਹਨਾਂ ਨੇ ਜਗ੍ਹਾ ਅਲਾਟ ਕੀਤੀ ਹੋਈ ਹੈ ਹੋਰ ਕਿਸੇ ਨੂੰ ਮਾਲ ਬਣਾਉਣ ਲਈ ਕੁਝ ਵੀ, ਉਹਨਾਂ ਤੇ ਕਬਜ਼ਾ ਕੀਤਾ ਜਾਊਗਾ। ਇੱਕ ਤਾਂ ਗਵਰਨਮੈਂਟ ਹੱਲੇ ਤਾਂ ਇਹ ਕਹਿ ਰਹੀ ਹੈ ਕਿ ਅਸੀਂ 1.4 ਏਕੜ ਦਿੱਤੀ ਹੈ 1.25, ਪਰ ਇਹਨਾਂ ਨੇ ਕੀ ਕਰਨਾ ਜੀ, ਜਿਹੜੀ ਉਹ ਦੂਸਰੀ ਜਗ੍ਹਾ ਵਾ ਉਹ ਇਹਨਾਂ ਨੂੰ ਮੁਲੱਕਲ ਨਹੀਂ ਦੇ ਦੇਣੀ ਹੈ, ਟੇਬਲ ਦੇ ਨੀਚੋਂ ਫੀਸ ਲੈ ਲੈਣੀ ਹੈ। ਉੱਚ ਦਾ ਹੋਇਆ ਨਹੀਂ ਜਾਣਾ ਕਿਉਂਕਿ ਉਹ ਏਰੀਆ ਇਹਨਾਂ ਨੇ ਫੋਰਸ ਕੀਤਾ 1.5, ਜਾਂ ਤਾਂ ਹੁਣ ਇਹ ਗਲਾਡਾ ਚ ਪੂਰਾ ਇਹ ਵੀ ਧਿਆਨ ਰੱਖੇ ਕਿ 1.5 ਦੇ ਵਿੱਚ ਹੀ ਲੱਗੇ। ਉਹ ਗਲਾਡਾ ਨੇ ਰੱਖਣਾ ਨਹੀਂ ਨਾ, ਉੱਥੇ ਜਾ ਕੇ ਦੇਖਣਾ ਦੁਬਾਰਾ, ਉਹ ਨਾਲ ਦੀ ਜਗ੍ਹਾ ਉਹਨਾਂ ਨੂੰ ਨਾਲ ਦੇ ਦੇਣਗੇ ਫ੍ਰੀ 'ਚ, ਤੇ ਉਹਦੀ ਜਿਹੜੀ ਪੇਮੈਂਟ ਉਹ ਟੇਬਲ ਦੇ ਨਾਲੋਂ ਲੈ ਲੈਣਗੇ। ਤਾਂ ਹੀ ਮੇਰੀ ਕੈਂਸਲ ਕੀਤੀ ਗਈ ਹੈ, ਉਹ ਵੀ ਇੱਦਾਂ ਹੀ ਹੋਇਆ, ਉਹਦਾ ਕੋਈ ਉਹ ਨਹੀਂ ਹੈ। ਤੁਹਾਡੇ ਨੂੰ ਅਗਲਾ ਕਦਮ ਸਰ ਮੇਰੇ ਵੱਲੋਂ ਰਿਟਨ ਕੰਪਲੇਂਟ ਦਿੱਤੀ ਗਈ ਹੈ, ਪਰ ਮੈਂ ਹੁਣ ਆਮ ਆਦਮੀ ਪਾਰਟੀ ਤੇ ਯਕੀਨ ਬਣ ਸਕਦਾ ਕਿ ਉਸ ਤੇ ਕਾਰਵਾਈ ਕਰਵਾਉਣ, ਨਹੀਂ ਤਾਂ ਹੋਰ ਤਾਂ ਕੁਝ ਨਹੀਂ ਸਰ। ਅਗਲਾ ਕਦਮ ਕੀ ਕਰ ਲੂਗਾ ਆਮ ਬੰਦਾ, ਤਾਂ ਘਰੇ ਹੀ ਬੈਠੂਗਾ ਜੀ। ਇਹਨਾਂ ਨੇ ਬਰਬਾਦ ਤਾਂ ਕਰ ਹੀ ਦਿੱਤੀ ਸਰ। ਰਿਟਨ ਕੰਪਲੇਂਟ ਮੈਨੂੰ 3 ਦਿਨ 25 ਤਰੀਕ ਨੂੰ ACS ਸਾਹਿਬ ਨੂੰ, CA ਮੈਮ ਨੂੰ, ਸਟੇਟ ਅਫਸਰ ਨੂੰ, ਸਾਰਿਆਂ ਨੂੰ ਦਿੱਤੀ। ਅੱਜ ਮੈਂ ਲੀਗਲ ਨੋਟਿਸ ਵੀ ਭੇਜੇ ਨੇ ਥੱਲੇ ACS ਸਾਹਿਬ ਨੂੰ, ਅਸ਼ੋਕ ਕੁਮਾਰ ਜੀ ਤੇ ਬਾਏ ਨੇਮ। ਸਟੇਟ ਆਫਿਸਰ ਸੀਟ ਤੇ ਨਹੀਂ ਹੈ ਸਰ 1.5 ਮਹੀਨੇ ਤੋਂ, ACS ਸਾਹਿਬ ਨੂੰ ਤੇ CA ਮੈਡਮ ਨੂੰ ਵੀ, ਪਰ ਮੈਨੂੰ ਪਤਾ ਉਹਦਾ ਵੀ ਕੋਈ ਰਿਪਲਾਈ ਨਹੀਂ ਆਣਾ। ਇਹਨਾਂ ਦਾ ਜਿਹੜੇ ਨਾਲ ਰਲੇ ਹੋਏ ਨੇ ਸਿਰਫ ਉਹਨਾਂ ਨੂੰ ਹੀ ਰਿਪਲਾਈ ਦਿੰਦੇ ਨੇ, ਜਾਂ ਉਹਨਾਂ ਦਾ ਇਸ 'ਤੇ ਸਿਰਫ ਕੰਮ ਹੁੰਦਾ।